Dear students, Sat Shri Akal Ji, most welcome in Creative Guruji. Please subscribe the channel and hit the bell icon for latest video informations. Science Class 10th Chapter 1 Chemical Reactions and Equations. Chemical equations in word form and symbolic form ਨੂੰ ਪੂਰਾ ਕਰਨ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਆਪਣੇ ਅਗਲੇ ਟੌਪਿਕ unbalanced and balanced chemical equations. ਸਭ ਤੋਂ ਪਹਿਲਾਂ ਕਰਦੇ ਹਾਂ unbalanced chemical equations. In an unbalanced equation, the number of atoms of different elements on both sides of the equation are not equal. ਇਸ ਦਾ ਮਤਲਬ ਅਸੰਤੁਲਿਤ ਸਮੀਕਰਨ ਵਿੱਚ ਸਮੀਕਰਨ ਦੇ ਦੋਵੇਂ ਪਾਸੇ ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੀ ਗਿਣਤੀ ਬਰਾਬਰ ਨਹੀਂ ਹੁੰਦੀ. For example, Mg plus O2 gives MgO. ਲੈਫਟ ਹੈਂਡ ਸਾਈਡ ਅਤੇ ਰਾਈਟ ਹੈਂਡ ਸਾਈਡ ਦੇ ਹਰੇਕ ਤੱਤ ਦੇ ਪਰਮਾਣੂਆਂ ਦੀ ਗਿਣਤੀ ਕਰੋ ਅਤੇ ਤੁਲਨਾ ਕਰੋ ਕਿ ਦੋਨੋਂ ਪਾਸੇ ਹਰੇਕ ਤੱਤ ਦੇ ਪਰਮਾਣੂਆਂ ਦੀ ਗਿਣਤੀ ਬਰਾਬਰ ਹੈ. ਨਹੀਂ, ਉਪਰੋਕਤ ਸਮੀਕਰਨ ਵਿੱਚ ਹਰੇਕ ਤੱਤ ਦੇ ਪਰਮਾਣੂਆਂ ਦੀ ਗਿਣਤੀ ਬਰਾਬਰ ਨਹੀਂ ਹੈ. ਸਮੀਕਰਨ ਦੇ ਦੋਵੇਂ ਪਾਸੇ Mg ਪਰਮਾਣੂਆਂ ਦੀ ਗਿਣਤੀ ਇੱਕੋ ਹੈ ਪਰ ਆਕਸੀਜਨ ਪਰਮਾਣੂ ਬਰਾਬਰ ਨਹੀਂ ਹਨ. ਇਸ ਲਈ ਇਸ ਨੂੰ ਅਸੰਤੁਲਿਤ ਸਮੀਕਰਨ ਵਜੋਂ ਜਾਣਿਆ ਜਾਂਦਾ ਹੈ. ਸਮੀਕਰਨ ਅਸੰਤੁਲਿਤ ਹੈ ਕਿਉਂਕਿ ਸਮੀਕਰਨ ਦੇ ਦੋਵੇਂ ਪਾਸਿਆਂ ਤੇ ਪੁੰਜ ਇੱਕੋ ਜਿਹਾ ਨਹੀਂ ਹੈ. Such a chemical equation is a skeletal chemical equation for a reaction. ਹਵਾ ਵਿੱਚ ਮੈਗਨੀਸ਼ੀਅਮ ਦਾ ਜਲਣਾ ਇੱਕ skeletal chemical equation ਹੈ. ਹੁਣ ਅਸੀਂ ਚੱਲਦੇ ਹਾਂ ਅਗਲੇ ਟੌਪਿਕ ਬੈਲੈਂਸ chemical equation ਤੇ. From the law of conservation of mass can neither be created nor destroyed in a chemical reaction. Law of conservation of mass ਦੇ ਅਨੁਸਾਰ ਰਸਾਇਣਿਕ ਪ੍ਰਤੀਕਿਰਿਆ ਵਿੱਚ ਪੁੰਜ ਨੂੰ ਬਣਾਇਆ ਵੀ ਨਹੀਂ ਜਾ ਸਕਦਾ ਅਤੇ ਖਤਮ ਵੀ ਨਹੀਂ ਕੀਤਾ ਜਾ ਸਕਦਾ. ਮਤਲਬ ਪ੍ਰੋਡਕਟ ਦੇ ਜਿੰਨੇ ਤੱਤ ਹਨ ਉਹਨਾਂ ਦਾ ਕੁੱਲ ਪੁੰਜ ਰਿਐਕਟੈਂਟ ਦੇ ਵਿੱਚ ਮੌਜੂਦ ਤੱਤਾਂ ਦੇ ਕੁੱਲ ਪੁੰਜ ਦੇ ਬਰਾਬਰ ਹੋਣਾ ਚਾਹੀਦਾ ਹੈ. ਠੀਕ ਹੈ. In other words, the number of atoms of each element remains the same before and after a chemical reaction. ਦੂਜੇ ਸ਼ਬਦਾਂ ਵਿੱਚ ਗੱਲ ਕਰੀਏ ਪ੍ਰਤੀਕਿਰਿਆ ਤੋਂ ਪਹਿਲਾਂ ਅਤੇ ਬਾਅਦ ਵਿੱਚ ਹਰੇਕ ਤੱਤ ਦੇ ਪਰਮਾਣੂਆਂ ਦੀ ਗਿਣਤੀ ਇੱਕੋ ਜਿਹੀ ਰਹਿੰਦੀ ਹੈ. Importance of a balanced chemical equations. The balancing of a chemical equation is essential or necessary to fulfill the requirement of law of conservation of mass. ਕਿਸੇ ਵੀ chemical equation ਨੂੰ ਬੈਲੈਂਸ ਕਰਨਾ law of conservation of mass ਦੀ ਕੰਡੀਸ਼ਨ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ. ਇਸ ਵਿਚਾਰ ਵਟਾਂਦਰੇ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ in a balanced equation the number of different elements on both sides of the equation are always equal. ਸੰਤੁਲਿਤ ਸਮੀਕਰਨ ਵਿੱਚ ਸਮੀਕਰਨ ਦੇ ਦੋਵੇਂ ਪਾਸਿਆਂ ਤੇ ਵੱਖੋ ਵੱਖਰੇ ਤੱਤਾਂ ਦੀ ਗਿਣਤੀ ਹਮੇਸ਼ਾ ਬਰਾਬਰ ਹੁੰਦੀ ਹੈ. ਆਕਸੀਜਨ ਦੀ ਮੌਜੂਦਗੀ ਵਿੱਚ ਮੈਗਨੀਸ਼ੀਅਮ ਜਲਣ ਦੀ ਸੰਤੁਲਿਤ ਸਮੀਕਰਨ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ 2Mg plus O2 gives 2MgO. ਦੂਜੇ ਸ਼ਬਦਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ balancing a chemical equation may be defined as the process of making the number of different types of elements on both sides of the equations equal. ਕਿਸੇ ਰਸਾਇਣਿਕ ਸਮੀਕਰਨ ਦਾ ਸੰਤੁਲਨ ਸਮੀਕਰਨ ਦੇ ਦੋਵੇਂ ਪਾਸੇ ਵੱਖ-ਵੱਖ ਕਿਸਮਾਂ ਦੇ ਤੱਤਾਂ ਦੀ ਗਿਣਤੀ ਨੂੰ ਬਰਾਬਰ ਬਣਾਉਣ ਦੀ ਪ੍ਰਕਿਰਿਆ ਹੈ. ਆਓ ਹੁਣ ਅਸੀਂ ਰਸਾਇਣਿਕ ਸਮੀਕਰਨ ਨੂੰ ਸੰਤੁਲਨ ਕਰਨ ਬਾਰੇ ਸਿੱਖੀਏ. Suppose the word equation for a reaction may be represented as. ਮੰਨ ਲਓ ਕਿ ਪ੍ਰਤੀਕਿਰਿਆ ਲਈ ਸ਼ਬਦ ਸਮੀਕਰਨ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ Zinc plus sulfuric acid gives zinc sulfate plus. ਉਪਰੋਕਤ ਸ਼ਬਦ ਸਮੀਕਰਨ ਨੂੰ ਹੇਠਾਂ ਦਿੱਤੇ ਰਸਾਇਣਿਕ ਸਮੀਕਰਨ ਦੁਆਰਾ ਦਰਸਾਇਆ ਜਾ ਸਕਦਾ ਹੈ Zn plus H2SO4 gives ZnSO4 plus H2. ਇਸ ਦੇ ਲਈ ਇੱਕ ਟੇਬਲ ਬਣਾ ਲੈਣਾ ਹੈ ਜਿਸ ਤੇ 3 ਕਾਲਮ ਹੋਣਗੇ. ਫਸਟ ਕਾਲਮ ਦੇ ਵਿੱਚ ਐਲੀਮੈਂਟ, ਸੈਕੰਡ ਦੇ ਵਿੱਚ ਨੰਬਰ ਆਫ ਐਟਮ ਇਨ ਰਿਐਕਟੈਂਟਸ, ਥਰਡ ਦੇ ਵਿੱਚ ਨੰਬਰ ਆਫ ਐਟਮ ਇਨ ਪ੍ਰੋਡਕਟ. ਸਭ ਤੋਂ ਪਹਿਲਾਂ Zn ਐਟਮ ਲੈਣਾ ਹੈ. Zn ਦੇ ਰਿਐਕਟੈਂਟਸ ਦੇ ਵਿੱਚ ਕਿੰਨੇ ਨੰਬਰ ਆਫ ਐਟਮ ਹਨ? 1. Zn ਦੇ ਪ੍ਰੋਡਕਟ ਦੇ ਵਿੱਚ ਕਿੰਨੇ ਨੰਬਰ ਆਫ ਐਟਮ ਹਨ? 1. ਅਗਲਾ ਐਲੀਮੈਂਟ H. ਹਾਈਡਰੋਜਨ ਦੇ ਨੰਬਰ ਆਫ ਐਟਮ ਰਿਐਕਟੈਂਟਸ ਦੇ ਵਿੱਚ 2 ਤੇ ਹਾਈਡਰੋਜਨ ਦੇ ਨੰਬਰ ਆਫ ਐਟਮ ਪ੍ਰੋਡਕਟਸ ਦੇ ਵਿੱਚ ਵੀ 2. ਅਗਲਾ ਐਲੀਮੈਂਟ S. S ਦੇ ਨੰਬਰ ਆਫ ਐਟਮ ਇਨ ਰਿਐਕਟੈਂਟਸ ਦੇ ਵਿੱਚ 1 ਤੇ S ਦੇ ਨੰਬਰ ਆਫ ਐਟਮ ਪ੍ਰੋਡਕਟਸ ਦੇ ਵਿੱਚ ਵੀ 1. ਆਖਰੀ ਐਲੀਮੈਂਟ O. O ਦੇ ਨੰਬਰ ਆਫ ਐਟਮ ਰਿਐਕਟੈਂਟਸ ਦੇ ਵਿੱਚ 4, O ਦੇ ਨੰਬਰ ਆਫ ਐਟਮ ਪ੍ਰੋਡਕਟਸ ਦੇ ਵਿੱਚ ਵੀ 4.
as the number of atoms of each element is the same on both sides of the arrow. Equation is a balanced chemical equation. ਉੱਪਰ ਦਿੱਤੇ ਟੇਬਲ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਸਮੀਕਰਨ ਦੇ ਦੋਵੇਂ ਪਾਸਿਆਂ ਤੇ ਹਰੇਕ ਤੱਤ ਦੇ ਪਰਮਾਣੂਆਂ ਦੀ ਗਿਣਤੀ ਇੱਕੋ ਹੈ, ਮਤਲਬ ਸੇਮ ਹੈ। ਇਸ ਲਈ ਇਹ ਇੱਕ ਸੰਤੁਲਿਤ ਰਸਾਇਣਿਕ ਸਮੀਕਰਨ ਹੈ। ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਰਨ ਲਈ 7 ਸਟੈਪ ਹੁੰਦੇ ਹਨ। ਆਓ ਹੁਣ ਇੱਕ ਇੱਕ ਕਰਕੇ 7 ਸਟੈਪਸ ਦੇ ਨਾਲ ਹੇਠਾਂ ਦਿੱਤੀ ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੈਲੈਂਸ ਕੈਮੀਕਲ ਇਕੁਏਸ਼ਨ Fe plus H2O gives Fe3O4 plus H2। ਸਟੈਪ 1 ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਰਨ ਲਈ ਸਭ ਤੋਂ ਪਹਿਲਾਂ ਹਰ ਇੱਕ ਸੂਤਰ ਦੇ ਆਲੇ ਦੁਆਲੇ ਇੱਕ ਬਾਕਸ ਬਣਾਓ। ਸਮੀਕਰਨ ਨੂੰ ਸੰਤੁਲਿਤ ਕਰਦੇ ਸਮੇਂ ਬਾਕਸ ਦੇ ਅੰਦਰ ਕੋਈ ਵੀ ਪਰਿਵਰਤਨ ਨਾ ਕਰੋ। ਜਿਸ ਤਰ੍ਹਾਂ ਸਾਨੂੰ ਇਸ ਇਕੁਏਸ਼ਨ ਦੇ ਵਿੱਚ ਦਿਖਾਈ ਦੇ ਰਿਹਾ ਹੈ ਉਸੇ ਤਰ੍ਹਾਂ ਅਸੀਂ ਬਾਕਸ ਬਣਾ ਲੈਣੇ ਹਨ। ਸਟੈਪ 2 list the number of atoms of different elements present in the unbalanced equation। ਅਸੰਤੁਲਿਤ ਸਮੀਕਰਨ ਵਿੱਚ ਮੌਜੂਦ ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੀ ਸੰਖਿਆ ਦੀ ਸੂਚੀ ਬਣਾਓ। ਇਸ ਦੇ ਲਈ 3 ਕਾਲਮ ਬਣਾ ਲੈਣੇ ਹਨ। ਪਹਿਲੇ ਕਾਲਮ ਦੇ ਵਿੱਚ ਐਲੀਮੈਂਟ, ਦੂਜੇ ਕਾਲਮ ਦੇ ਵਿੱਚ ਨੰਬਰ ਆਫ ਐਟਮਸ ਇਨ ਰਿਐਕਟੈਂਟ, ਤੀਜੇ ਕਾਲਮ ਦੇ ਵਿੱਚ ਨੰਬਰ ਆਫ ਐਟਮਸ ਇਨ ਪ੍ਰੋਡਕਟ। ਸਭ ਤੋਂ ਪਹਿਲਾ ਐਲੀਮੈਂਟ Fe ਹੈ। Fe ਦੇ ਨੰਬਰ ਆਫ ਐਟਮ ਰਿਐਕਟੈਂਟਸ ਦੇ ਵਿੱਚ 1 ਹਨ ਅਤੇ Fe ਦੇ ਨੰਬਰ ਆਫ ਐਟਮ ਪ੍ਰੋਡਕਟਸ ਦੇ ਵਿੱਚ 3 ਹਨ। ਅਗਲਾ ਐਲੀਮੈਂਟ H ਦੇ ਨੰਬਰ ਆਫ ਐਟਮ ਰਿਐਕਟੈਂਟਸ ਦੇ ਵਿੱਚ 2 ਹਨ। H ਦੇ ਨੰਬਰ ਆਫ ਐਟਮ ਪ੍ਰੋਡਕਟਸ ਦੇ ਵਿੱਚ 2 ਹਨ। ਅਗਲਾ ਐਲੀਮੈਂਟ O ਦੇ ਨੰਬਰ ਆਫ ਐਟਮ ਰਿਐਕਟੈਂਟਸ ਦੇ ਵਿੱਚ 1 ਹਨ। O ਦੇ ਨੰਬਰ ਆਫ ਐਟਮ ਪ੍ਰੋਡਕਟਸ ਦੇ ਵਿੱਚ 4 ਹਨ। ਸਟੈਪ 3 start balancing with the compound that contains the maximum number of atom। ਆਮ ਕਰਕੇ ਸੌਖ ਲਈ ਸਭ ਤੋਂ ਵੱਧ ਪਰਮਾਣੂਆਂ ਵਾਲੇ ਯੌਗਿਕ ਨੂੰ ਸਭ ਤੋਂ ਪਹਿਲਾਂ ਸੰਤੁਲਿਤ ਕਰੋ, ਭਾਵੇਂ ਕਿ ਉਹ ਵੀ ਕਾਰਕ ਹੋਵੇ ਜਾਂ ਉਤਪਾਦ। ਇਸ ਯੌਗਿਕ ਵਿੱਚ ਸਭ ਤੋਂ ਵੱਧ ਪਰਮਾਣੂਆਂ ਵਾਲੇ ਤੱਤ ਨੂੰ ਚੁਣੋ। ਇਸ ਆਧਾਰ ਤੇ ਅਸੀਂ Fe3O4 ਅਤੇ ਉਸ ਦੇ ਤੱਤ ਆਕਸੀਜਨ ਨੂੰ ਚੁਣਦੇ ਹਾਂ। ਟੂ ਬੈਲੈਂਸ ਦਾ ਆਕਸੀਜਨ ਐਟਮ, ਆਕਸੀਜਨ ਐਟਮ ਨੂੰ ਬੈਲੈਂਸ ਕਰਨ ਦੇ ਲਈ 3 ਕਾਲਮ ਬਣਾ ਲੈਣੇ ਹਨ। ਪਹਿਲੇ ਕਾਲਮ ਦੇ ਵਿੱਚ ਨੰਬਰ ਆਫ ਆਕਸੀਜਨ ਐਟਮ ਲਿਖ ਲੈਣਾ ਹੈ। ਦੂਜੇ ਕਾਲਮ ਦੇ ਵਿੱਚ ਨੰਬਰ ਆਫ ਆਕਸੀਜਨ ਐਟਮ ਇਨ ਰਿਐਕਟੈਂਟ ਲਿਖਣੇ ਆ। ਤੀਜੇ ਕਾਲਮ ਦੇ ਵਿੱਚ ਨੰਬਰ ਆਫ ਆਕਸੀਜਨ ਐਟਮ ਇਨ ਪ੍ਰੋਡਕਟ ਲਿਖਣੇ ਆ। ਇਨੀਸ਼ੀਅਲੀ ਸ਼ੁਰੂਆਤ ਦੇ ਵਿੱਚ ਰਿਐਕਟੈਂਟਸ ਦੇ ਵਿੱਚ ਆਕਸੀਜਨ ਐਟਮ ਦੀ ਗਿਣਤੀ 1 ਹੈ H2O ਦੇ ਵਿੱਚ, ਤੇ ਪ੍ਰੋਡਕਟਸ ਦੇ ਵਿੱਚ ਆਕਸੀਜਨ ਐਟਮ ਦੀ ਗਿਣਤੀ 4 ਹੈ Fe3O4 ਦੇ ਵਿੱਚ। ਇਸ ਨੂੰ ਬੈਲੈਂਸ ਕਰਨ ਦੇ ਲਈ ਆਕਸੀਜਨ ਦੇ ਇੱਕ ਐਟਮ ਨੂੰ ਅਸੀਂ 4 ਦੇ ਨਾਲ ਗੁਣਾ ਕਰ ਲੈਣਾ ਹੈ। 1 ਨੂੰ 4 ਨਾਲ ਮਲਟੀਪਲਾਈ ਕਰਨ ਤੇ 4 ਆ ਜਾਵੇਗਾ ਤੇ ਰਿਐਕਟੈਂਟਸ ਦੇ ਵਿੱਚ 4 ਆਕਸੀਜਨ ਦੇ ਐਟਮ ਹੋ ਜਾਣਗੇ। ਇਸੇ ਤਰ੍ਹਾਂ ਪ੍ਰੋਡਕਟਸ ਦੇ ਵਿੱਚ ਵੀ 4 ਆਕਸੀਜਨ ਦੇ ਐਟਮ ਪਹਿਲਾਂ ਤੋਂ ਹੀ ਮੌਜੂਦ ਹੈ ਤੇ ਇਹ ਕੀ ਹੋ ਜਾਊਗਾ, ਬੈਲੈਂਸ ਹੋ ਜਾਊਗਾ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਪਰਮਾਣੂਆਂ ਦੀ ਸੰਖਿਆ ਪੂਰੀ ਕਰਨ ਲਈ ਅਸੀਂ ਰਸਾਇਣਿਕ ਕਿਰਿਆ ਵਿੱਚ ਸ਼ਾਮਲ ਤੱਤਾਂ ਅਤੇ ਯੌਗਿਕਾਂ ਦੇ ਸੂਤਰਾਂ ਨੂੰ ਨਹੀਂ ਬਦਲ ਸਕਦੇ। For example, to balance oxygen atom, we can put coefficient 4 as 4H2O and not H2O4 or H2O in bracket 4। ਉਦਾਹਰਨ ਵਜੋਂ ਆਕਸੀਜਨ ਦੇ ਪਰਮਾਣੂਆਂ ਦੀ ਸੰਖਿਆ ਪੂਰੀ ਕਰਨ ਲਈ ਅਸੀਂ 4 ਗੁਣਾਕ ਲਗਾ ਕੇ 4H2O ਲਿਖ ਸਕਦੇ ਹਾਂ, ਪਰ H2O4 ਜਾਂ H2O ਬ੍ਰੈਕਟ 4 ਨਹੀਂ ਲਿਖ ਸਕਦੇ। ਅੰਸ਼ਕ ਤੌਰ ਤੇ ਸੰਤੁਲਿਤ ਸਮੀਕਰਨ ਹੁਣ ਇਸ ਪ੍ਰਕਾਰ ਹੋਵੇਗੀ। Now the partly balanced equation becomes Fe plus 4H2O gives Fe3O4 plus H2। Step 4 ਹੁਣ ਦੇਖੋ Fe and H atoms are not still balanced। Fe ਅਤੇ H ਪਰਮਾਣੂ ਅਜੇ ਵੀ ਅੰਸ਼ਕ ਤੌਰ ਤੇ ਸੰਤੁਲਿਤ ਸਮੀਕਰਨ ਵਿੱਚ ਸੰਤੁਲਿਤ ਨਹੀਂ ਹਨ। ਇਹਨਾਂ ਵਿੱਚੋਂ ਕਿਸੇ ਇੱਕ ਤੱਤ ਨੂੰ ਚੁਣ ਕੇ ਅੱਗੇ ਵਧਦੇ ਹਾਂ। ਹੁਣ ਅਸੀਂ ਅੰਸ਼ਕ ਤੌਰ ਤੇ ਸੰਤੁਲਿਤ ਸਮੀਕਰਨ ਵਿੱਚ ਹਾਈਡਰੋਜਨ ਪਰਮਾਣੂ ਨੂੰ ਸੰਤੁਲਿਤ ਕਰਦੇ ਹਾਂ। To equalize the number of H atom, make the number of molecules of hydrogen as 4 on the right hand side। ਹਾਈਡਰੋਜਨ ਪਰਮਾਣੂ ਨੂੰ ਬਰਾਬਰ ਕਰਨ ਲਈ ਸੱਜੇ ਪਾਸੇ ਹਾਈਡਰੋਜਨ ਅਣੂ ਦੀ ਸੰਖਿਆ ਨੂੰ 4 ਕਰ ਦਿੰਦੇ ਹਾਂ। ਇਸ ਦੇ ਲਈ ਵੀ ਅਸੀਂ 3 ਕਾਲਮ ਬਣਾ ਲੈਣੇ ਹਨ। ਪਹਿਲੇ ਦੇ ਵਿੱਚ ਐਟਮਸ ਆਫ ਹਾਈਡਰੋਜਨ, ਦੂਜੇ ਦੇ ਵਿੱਚ ਐਟਮਸ ਆਫ ਹਾਈਡਰੋਜਨ ਇਨ ਰਿਐਕਟੈਂਟ, ਤੀਜੇ ਦੇ ਵਿੱਚ ਐਟਮਸ ਆਫ ਹਾਈਡਰੋਜਨ ਇਨ ਪ੍ਰੋਡਕਟ। ਇਨੀਸ਼ੀਅਲੀ ਸ਼ੁਰੂਆਤ ਦੇ ਵਿੱਚ ਰਿਐਕਟੈਂਟਸ ਦੇ ਵਿੱਚ ਹਾਈਡਰੋਜਨ ਪਰਮਾਣੂਆਂ ਦੀ ਸੰਖਿਆ 8 ਹੈ, ਜਦੋਂ ਕਿ ਪ੍ਰੋਡਕਟ ਦੇ ਵਿੱਚ ਹਾਈਡਰੋਜਨ ਦੇ ਪਰਮਾਣੂਆਂ ਦੀ ਸੰਖਿਆ 2 ਹੈ। ਇਸ ਨੂੰ ਬੈਲੈਂਸ ਕਰਨ ਦੇ ਲਈ ਅਸੀਂ ਕੀ ਕਰਨਾ ਹੈ, ਪ੍ਰੋਡਕਟਸ ਦੇ ਜਿੱਥੇ 2 ਹਾਈਡਰੋਜਨ ਦੇ ਪਰਮਾਣੂ ਹਨ ਉਹਨਾਂ 2 ਨੂੰ 4 ਦੇ ਨਾਲ ਗੁਣਾ ਕਰ ਦੇਣੀ ਹੈ। ਇਸ ਦੇ ਨਾਲ ਕੀ ਹੋਵੇਗਾ, ਪ੍ਰੋਡਕਟਸ ਦੇ ਵਿੱਚ ਵੀ ਹਾਈਡਰੋਜਨ ਦੇ ਪਰਮਾਣੂਆਂ ਦੀ ਸੰਖਿਆ 8 ਹੋ ਜਾਵੇਗੀ ਤੇ ਰਿਐਕਟੈਂਟਸ ਦੇ ਵਿੱਚ ਪਰਮਾਣੂਆਂ ਦੀ ਸੰਖਿਆ ਪਹਿਲਾਂ ਤੋਂ ਹੀ 8 ਹੈ। Now the partly balanced equation would be Fe plus 4H2O gives Fe3O4 plus 4। Step 5
ਉੱਪਰ ਦਿੱਤੀ ਸਮੀਕਰਨ ਦੀ ਜਾਂਚ ਕਰੋ ਅਤੇ ਤੀਜਾ ਤੱਤ ਚੁਣੋ ਜੋ ਅਜੇ ਤੱਕ ਅਸੰਤੁਲਿਤ ਹੈ। ਤੁਹਾਨੂੰ ਪਤਾ ਲੱਗੇਗਾ ਕਿ ਕੇਵਲ ਇੱਕ ਤੱਤ ਲੋਹਾ ਹੀ ਹੈ ਜਿਸ ਨੂੰ ਸੰਤੁਲਿਤ ਕਰਨਾ ਬਾਕੀ ਹੈ। One element is left to be balanced, that is iron. Balance iron atom in the partly balanced equation। ਇਸ ਨੂੰ ਬੈਲੈਂਸ ਕਰਨ ਦੇ ਲਈ ਵੀ ਅਸੀਂ 3 ਕਾਲਮ ਬਣਾ ਲੈਣੇ ਹਨ। ਪਹਿਲੇ ਕਾਲਮ ਦੇ ਵਿੱਚ atoms of iron, ਦੂਜੇ ਕਾਲਮ ਦੇ ਵਿੱਚ atoms of iron in reactants, ਤੀਜੇ ਕਾਲਮ ਦੇ ਵਿੱਚ atom of ions in product। ਇਨੀਸ਼ੀਅਲੀ ਸ਼ੁਰੂਆਤ ਦੇ ਵਿੱਚ reactants ਦੇ ਵਿੱਚ Fe ਦੀ ਗਿਣਤੀ 1 ਹੈ ਜਦੋਂ ਕਿ ਪ੍ਰੋਡਕਟਸ ਦੇ ਵਿੱਚ Fe ਦੀ ਗਿਣਤੀ 3 ਹੈ। ਹੁਣ ਇਸ ਨੂੰ ਬੈਲੈਂਸ ਕਰਨ ਦੇ ਲਈ ਅਸੀਂ ਰਿਐਕਟੈਂਟ ਦੇ ਵਿੱਚ ਮੌਜੂਦ Fe ਦੇ ਇੱਕ ਪਰਮਾਣੂ ਨੂੰ 3 ਦੇ ਨਾਲ ਗੁਣਾ ਕਰ ਦੇਣੀ ਆ। ਗੁਣਾ ਕਰਨ ਦੇ ਬਾਅਦ ਇਸ ਦੀ ਸੰਖਿਆ 3 ਹੋ ਜਾਵੇਗੀ ਜੋ ਪ੍ਰੋਡਕਟ ਦੇ ਵਿੱਚ ਮੌਜੂਦ Fe ਦੇ ਪਰਮਾਣੂਆਂ ਦੀ ਸੰਖਿਆ ਦੇ ਬਰਾਬਰ ਹੋਵੇਗੀ। The equation would be 3Fe plus 4H2O gives Fe3O4 plus 4H2। Step 6 The balanced equation। ਅੰਤ ਵਿੱਚ ਇਸ ਸੰਤੁਲਿਤ ਸਮੀਕਰਨ ਵਿੱਚ ਬਾਕਸ ਹਟਾ ਦਿੰਦੇ ਹਾਂ ਅਤੇ ਸੰਤੁਲਤਾ ਦੀ ਜਾਂਚ ਕਰਨ ਲਈ ਸਮੀਕਰਨ ਦੇ ਦੋਵੇਂ ਪਾਸੇ ਦੇ ਹਰ ਤੱਤ ਦੇ ਪਰਮਾਣੂਆਂ ਦੀ ਸੰਖਿਆ ਦੀ ਗਿਣਤੀ ਕਰਦੇ ਹਾਂ। 3Fe plus 4H2O gives Fe3O4 plus 4H2। The numbers of atoms of elements on both sides of the equation are equal. This equation is now balanced. This method is balancing chemical equation is called hit and trial method. ਸਮੀਕਰਨ ਵਿੱਚ ਦੋਵੇਂ ਪਾਸਿਆਂ ਦੇ ਤੱਤਾਂ ਦੇ ਪਰਮਾਣੂਆਂ ਦੀ ਸੰਖਿਆ ਬਰਾਬਰ ਹੈ, ਇਸ ਲਈ ਇਹ ਸਮੀਕਰਨ ਸੰਤੁਲਿਤ ਹੈ। ਰਸਾਇਣਿਕ ਸਮੀਕਰਨਾਂ ਸੰਤੁਲਿਤ ਕਰਨ ਦੇ ਲਈ ਇਸ ਵਿਧੀ ਨੂੰ ਹਿੱਟ ਐਂਡ ਟ੍ਰਾਇਲ ਵਿਧੀ ਆਖਦੇ ਹਨ ਕਿਉਂਕਿ ਇਸ ਵਿਧੀ ਵਿੱਚ ਸਭ ਤੋਂ ਛੋਟੀ ਪੂਰਨ ਸੰਖਿਆ ਦੇ ਗੁਣਾਂਕ ਦਾ ਉਪਯੋਗ ਕਰਕੇ ਸਮੀਕਰਨਾਂ ਨੂੰ ਸੰਤੁਲਿਤ ਕਰਨ ਦਾ ਯਤਨ ਕੀਤਾ ਜਾਂਦਾ ਹੈ। ਸਟੈਪ 7 ਰਾਈਟਿੰਗ ਸਿੰਬਲਸ ਆਫ ਫਿਜ਼ੀਕਲ ਸਟੇਟ ਮਤਲਬ ਭੌਤਿਕ ਅਵਸਥਾਵਾਂ ਦੇ ਸੰਕੇਤ ਲਿਖਣਾ। ਉਪਰੋਕਤ ਲਿਖੀ ਸੰਤੁਲਿਤ ਸਮੀਕਰਨ ਦੀ ਧਿਆਨਪੂਰਵਕ ਜਾਂਚ ਕਰੋ ਕਿ ਇਸ ਸਮੀਕਰਨ ਤੋਂ ਸਾਨੂੰ ਹਰ ਅਭਿਕਾਰਕ ਰਿਐਕਟੈਂਟ ਅਤੇ ਉਤਪਾਦ ਪ੍ਰੋਡਕਟ ਦੀ ਭੌਤਿਕ ਸਥਿਤੀ ਬਾਰੇ ਪਤਾ ਲੱਗਦਾ ਹੈ। ਇਸ ਸਮੀਕਰਨ ਤੋਂ ਉਹਨਾਂ ਦੀ ਭੌਤਿਕ ਅਵਸਥਾ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਟੂ ਮੇਕ a chemical equation more informative, the physical state of a reactants and product are mentioned along with their chemical formula. The gaseous, liquid, aqueous and solid states of reactants and products are represented by the notations G, L, AQ and S respectively. The word aqueous AQ is written if the reactant or product is present as a solution in water. ਰਸਾਇਣਿਕ ਸਮੀਕਰਨ ਨੂੰ ਵਧੇਰੇ ਸੂਚਨਾਦਾਇਕ ਬਣਾਉਣ ਹਿੱਤ ਅਭਿਕਾਰਕਾਂ ਅਤੇ ਉਤਪਾਦਾਂ ਦੇ ਰਸਾਇਣਿਕ ਸੂਤਰ ਦੇ ਨਾਲ ਉਹਨਾਂ ਦੀ ਭੌਤਿਕ ਅਵਸਥਾ ਨੂੰ ਦਰਸਾਇਆ ਜਾਂਦਾ ਹੈ। ਅਭਿਕਾਰਕ ਅਤੇ ਉਤਪਾਦਾਂ ਦੀ ਗੈਸ, ਦ੍ਰਵ, ਜਲੀ ਅਤੇ ਠੋਸ ਅਵਸਥਾ ਨੂੰ ਲੜੀਵਾਰ G, L, AQ ਅਤੇ S ਦੇ ਸੰਕੇਤਾਂ ਦੁਆਰਾ ਦਰਸਾਇਆ ਜਾਂਦਾ ਹੈ। ਅਭਿਕਾਰਕ ਜਾਂ ਉਤਪਾਦ ਜਦੋਂ ਪਾਣੀ ਦੇ ਘੋਲ ਦੇ ਰੂਪ ਦੇ ਵਿੱਚ ਹੁੰਦੇ ਹਨ ਤਦ ਅਸੀਂ ਇਸ ਨੂੰ AQ ਲਿਖਦੇ ਹਾਂ, aqueous ਲਿਖਦੇ ਹਾਂ। The balanced equation becomes 3Fe S plus 4H2O G gives Fe3O4 S plus 4H2O G. Note that the symbol G is used with H2O to indicate that in this reaction water is used in the form of steam. Usually physical states are not included in a chemical equation unless it is necessary to specify them. In this video or lecture we will learn about unbalanced chemical equation and balanced chemical equation. That's all about this topic. I hope you will understand today's topic in this lecture. Don't forget to hit the like button and share this video. Subscribe to our channel, keep hard work and make parents' name shine.